ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 6 ਇੰਗਲਿਸ਼ ਦਾ ਲੈਸਨ ਨੰਬਰ 6 ਜਿਸ ਦਾ ਨਾਮ ਹੈ ਦ ਪੀਕੌਕ ਐਂਡ ਦ ਕ੍ਰੋ, ਮੋਰ ਅਤੇ ਕਾਂ। ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਚੈਪਟਰ ਨੂੰ ਪੜਾਂਗੇ, ਉਸ ਤੋਂ ਬਾਅਦ ਅਸੀਂ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼ ਕਰਾਂਗੇ। ਪਰ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ। ਫੈਦਰਸ, ਫੈਦਰਸ ਦਾ ਅਰਥ ਹੁੰਦਾ ਹੈ ਖੰਭ ਜਾਂ ਪਰ। ਪਰਚਿੰਗ, ਪਰਚਿੰਗ ਹੁੰਦਾ ਕਿਸੇ ਟਾਹਣੀ ਤੇ ਬੈਠਾ ਪੰਛੀ। ਕਲੈਕਟਿਡ, ਇਕੱਠਾ ਕਰਨਾ। ਰਿਫਲੈਕਸ਼ਨ, ਪ੍ਰਤੀਬਿੰਬ ਜਾਂ ਅਕਸ। ਇਗਨੋਰਿੰਗ, ਧਿਆਨ ਨਾ ਦੇਣਾ। ਹਿਊਮਿਲੇਟਿਡ, ਅਪਮਾਨਿਤ ਕਰਨਾ। ਅਸੈਪਟਿਡ, ਸਵੀਕਾਰ ਕਰਨਾ। ਰਿਅਲਾਈਜ਼ਡ, ਅਹਿਸਾਸ ਹੋਣਾ। ਅਪੋਲੋਜਾਈਜ਼ਡ, ਮਾਫੀ ਮੰਗਣਾ। ਪਿਆਰੇ ਵਿਦਿਆਰਥੀਓ, ਇਹ ਤਾਂ ਸੀਗੇ ਔਖੇ ਸ਼ਬਦਾਂ ਦੇ ਅਰਥ। ਹੁਣ ਅਸੀਂ ਕਰਾਂਗੇ ਚੈਪਟਰ ਦੀ ਰੀਡਿੰਗ। ਵੰਸ ਦੇਅਰ ਲਿਵਡ ਅ ਕ੍ਰੋ who do not like his black feathers। ਇੱਕ ਵਾਰ ਇੱਕ ਕਾਂ ਰਹਿੰਦਾ ਸੀ ਜੋ ਆਪਣੇ ਕਾਲੇ ਖੰਭਾਂ ਨੂੰ ਪਸੰਦ ਨਹੀਂ ਸੀ ਕਰਦਾ। He wanted to be like a peacock because the colorful feathers of the peacock looked very beautiful। ਉਹ ਮੋਰ ਵਰਗਾ ਬਣਨਾ ਚਾਹੁੰਦਾ ਸੀ ਕਿਉਂਕਿ ਮੋਰ ਦੇ ਰੰਗ ਬਿਰੰਗੇ ਖੰਭ ਉਸ ਨੂੰ ਬਹੁਤ ਸੁੰਦਰ ਲੱਗਦੇ ਸਨ। You look so dull and plain. Look how beautiful the peacocks are. I wish I were a peacock, he would say to other crows। ਤੇ ਉਹ ਕਾਂ ਦੂਜੇ ਕਾਵਾਂ ਨੂੰ ਕੀ ਕਹਿੰਦਾ ਕਿ ਤੁਸੀਂ ਬਹੁਤ ਬੇਜਾਨ ਅਤੇ ਸਾਦੇ ਦਿਖਾਈ ਦਿੰਦੇ ਹੋ। ਦੇਖੋ ਮੋਰ ਕਿੰਨੇ ਸੁੰਦਰ ਹਨ, ਕਾਸ਼ ਮੈਂ ਵੀ ਇੱਕ ਮੋਰ ਹੁੰਦਾ। One day, perching on his tree, the crow saw many peacock feathers on the ground। ਇੱਕ ਦਿਨ ਰੁੱਖ ਤੇ ਬੈਠੇ ਹੋਏ ਕਾਂ ਨੇ ਥੱਲੇ ਜ਼ਮੀਨ ਤੇ ਮੋਰਾਂ ਦੇ ਪਰ ਦੇਖੇ। The feathers looked very beautiful। ਮੋਰਾਂ ਦੇ ਖੰਭ ਬਹੁਤ ਸੁੰਦਰ ਸਨ। Seeing those peacock feathers, he got an idea। ਮੋਰਾਂ ਦੇ ਖੰਭ ਦੇਖ ਕੇ ਉਸਨੂੰ ਇੱਕ ਆਈਡੀਆ ਆਇਆ ਜਾਂ ਉਸਨੂੰ ਇੱਕ ਵਿਚਾਰ ਆਇਆ। He collected all the feathers and stuck them into his wings and the tail। ਉਸਨੇ ਮੋਰਾਂ ਦੇ ਖੰਭ ਇਕੱਠੇ ਕੀਤੇ ਅਤੇ ਆਪਣੇ ਖੰਭਾਂ ਅਤੇ ਆਪਣੀ ਪੂਛ ਨਾਲ ਮੋਰਾਂ ਦੇ ਖੰਭ ਨੂੰ ਜੋੜਿਆ। He also put a few on his head to look like a peacock। ਉਸਨੇ ਮੋਰਾਂ ਦੇ ਖੰਭ ਆਪਣੇ ਸਿਰ ਤੇ ਵੀ ਲਗਾ ਲਏ ਤਾਂ ਜੋ ਉਹ ਮੋਰ ਵਰਗਾ ਦਿਖੇ। He flew to a river to see his reflection। ਉਹ ਆਪਣਾ ਰਿਫਲੈਕਸ਼ਨ, ਆਪਣਾ ਪ੍ਰਤੀਬਿੰਬ ਵੇਖਣ ਲਈ ਨਦੀ ਵੱਲ ਉੜਿਆ। Wow, now I look as beautiful as a peacock, he said happily। ਫਿਰ ਉਸਨੇ ਖੁਸ਼ੀ ਦੇ ਨਾਲ ਕਿਹਾ, ਵਾਹ ਮੈਂ ਮੋਰ ਵਰਗਾ ਸੁੰਦਰ ਦਿਖਾਈ ਦੇ ਰਿਹਾ ਹਾਂ। He felt so proud that he started ignoring his friends। ਉਸਨੂੰ ਇੰਨਾ ਵੀ ਮਾਣ ਆ ਗਿਆ ਆਪਣੇ ਆਪ ਤੇ ਕਿ ਉਹ ਆਪਣੇ ਦੋਸਤਾਂ ਨੂੰ ਇਗਨੋਰ ਕਰਨ ਲੱਗਾ, ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਲੱਗਾ। He told them, look at my beautiful feathers, I don't belong to you anymore, so stay away from me। ਤੇ ਉਸਨੇ ਆਪਣੇ ਦੋਸਤਾਂ ਨੂੰ ਕਿਹਾ, ਬਾਕੀ ਕਾਵਾਂ ਨੂੰ ਕਿਹਾ ਕਿ ਮੇਰੇ ਖੂਬਸੂਰਤ ਖੰਭਾਂ ਵੱਲ ਦੇਖੋ, ਹੁਣ ਮੈਂ ਤੁਹਾਡੇ ਨਾਲ ਸੰਬੰਧਿਤ ਨਹੀਂ ਹਾਂ, ਇਸ ਲਈ ਤੁਸੀਂ ਮੇਰੇ ਤੋਂ ਦੂਰ ਰਹੋ। Now I am also as beautiful as a peacock, he said to himself। ਤੇ ਉਸਨੇ ਆਪਣੇ ਆਪ ਨੂੰ ਕਿਹਾ ਕਿ ਹੁਣ ਮੈਂ ਵੀ ਮੋਰ ਦੀ ਤਰ੍ਹਾਂ ਹੀ ਸੁੰਦਰ ਹਾਂ। He thought that now he should live among the peacocks। ਤੇ ਉਸਨੇ ਇਹ ਸੋਚਿਆ ਕਿ ਉਸਨੂੰ ਮੋਰਾਂ ਦੇ ਨਾਲ ਹੀ ਉਹਨਾਂ ਦੇ ਵਿੱਚ ਹੀ ਰਹਿਣਾ ਚਾਹੀਦਾ। So he went to join the pride of peacocks, but peacocks laughed at him। ਤੇ ਪ੍ਰਾਈਡ ਆਫ ਪੀਕੌਕਸ ਹੈ ਨਾ ਇੱਕ ਕਲੈਕਟਿਵ ਨਾਊਨ ਹੈ। ਪ੍ਰਾਈਡ ਆਫ ਪੀਕੌਕਸ ਦਾ ਅਰਥ ਹੁੰਦਾ ਮੋਰਾਂ ਦਾ ਗਰੁੱਪ। ਤੇ ਉਹ ਮੋਰਾਂ ਦੇ ਸਮੂਹ ਵਿੱਚ ਸ਼ਾਮਲ ਹੋਣ ਲਈ ਗਿਆ, ਪਰ ਮੋਰ ਉਸ ਤੇ ਹੱਸ ਪਏ। They did not accept him। ਉਹਨਾਂ ਨੇ ਉਸਨੂੰ ਪ੍ਰਵਾਨ ਜਾਂ ਸਵੀਕਾਰ ਨਹੀਂ ਕੀਤਾ। The peacocks knew that he was not one among them। ਤੇ ਮੋਰ ਇਹ ਜਾਣਦੇ ਸਨ ਕਿ ਉਹ ਉਹਨਾਂ ਵਿੱਚੋਂ ਨਹੀਂ ਸੀ। He was a crow। ਉਹ ਇੱਕ ਕਾਂ ਸੀ। Peacock feathers will not make you a peacock, they said to him। ਤੇ ਮੋਰਾਂ ਨੇ ਕਾਂ ਨੂੰ ਕਿਹਾ ਕਿ ਮੋਰ ਦੇ ਖੰਭ ਤੈਨੂੰ ਮੋਰ ਨਹੀਂ ਬਣਾ ਦੇਣਗੇ। Sad and feeling insulted, he thought that his crow friends would be happy to see his new feathers। ਉਦਾਸ ਅਤੇ ਅਪਮਾਨਿਤ ਮਹਿਸੂਸ ਕਰਦਿਆਂ ਉਸਨੇ ਸੋਚਿਆ ਕਿ ਉਸਦੇ ਕਾਂ ਦੋਸਤ ਉਸਦੇ ਨਵੇਂ ਖੰਭਾਂ ਨੂੰ ਵੇਖ ਕੇ ਖੁਸ਼ ਹੋਣਗੇ। He returned to his fellow crows। ਉਹ ਆਪਣੇ ਸਾਥੀ ਕਾਵਾਂ ਕੋਲ ਵਾਪਸ ਚਲਾ ਗਿਆ।
None of his fellow crows accepted him. ਉਸਦੇ ਕਿਸੇ ਵੀ ਸਾਥੀ ਕਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ. They did not want him back because he had insulted them earlier. ਉਹ ਉਸ ਨੂੰ ਵਾਪਸ ਨਹੀਂ ਲੈਣਾ ਚਾਹੁੰਦੇ ਸਨ ਕਿਉਂਕਿ ਉਸਨੇ ਪਹਿਲਾਂ ਉਹਨਾਂ ਦਾ ਅਪਮਾਨ ਕੀਤਾ ਸੀ. They also knew that he had been insulted by the peacocks. ਤੇ ਉਹ ਇਹ ਵੀ ਜਾਣਦੇ ਸਨ ਕਿ ਮੋਰਾਂ ਨੇ ਉਸ ਦਾ ਅਪਮਾਨ ਕੀਤਾ, ਉਸ ਦੀ ਇਨਸਲਟ ਕੀਤੀ ਹੈ. They also start laughing at him. ਤੇ ਉਹ ਵੀ ਉਸ ਤੇ ਹੱਸੇ. They looked at his feathers and laughed at his face. ਉਹਨਾਂ ਦੇ ਉਸਦੇ ਖੰਭ ਵੇਖੇ ਤੇ ਉਸਦੇ ਚਿਹਰੇ ਤੇ ਹੱਸੇ, ਉਸਦੇ ਫੇਸ ਤੇ ਵੀ ਹੱਸੇ. Then an old wise crow came and told him, "We should accept ourselves the way we are." ਤੇ ਉਸ ਤੋਂ ਬਾਅਦ ਇੱਕ ਬਜ਼ੁਰਗ ਸਿਆਣਾ ਕਾਂ ਆਇਆ ਤੇ ਉਸਨੇ ਉਸ ਨੂੰ ਕਿਹਾ ਕਿ ਅਸੀਂ ਜਿਸ ਤਰ੍ਹਾਂ ਦੇ ਹਾਂ ਸਾਨੂੰ ਉਸੇ ਤਰ੍ਹਾਂ ਆਪਣੇ ਆਪ ਨੂੰ ਸਵੀਕਾਰ ਕਰਨਾ ਚਾਹੀਦਾ ਹੈ. Don't try to copy others blindly. ਸਾਨੂੰ ਅੱਖਾਂ ਬੰਦ ਕਰਕੇ ਕਿਸੇ ਦੀ ਰੀਸ, ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ. Peacock feathers are good for peacocks only. ਮੋਰ ਦੇ ਖੰਭ ਮੋਰਾਂ ਦੇ ਲਈ ਹੀ ਵਧੀਆ ਹੁੰਦੇ ਹਨ. For crows the peacock feathers are heavy. ਕਾਵਾਂ ਦੇ ਲਈ ਮੋਰ ਦੇ ਖੰਭ ਬਹੁਤ ਭਾਰੀ ਹੁੰਦੇ ਹਨ. You will not be able to fly properly with these stuck on your body. ਤੁਸੀਂ ਮੋਰ ਦੇ ਖੰਭ ਲਾ ਕੇ ਚੰਗੀ ਤਰ੍ਹਾਂ ਨਹੀਂ ਉੱਡ ਸਕਦੇ ਕਿਉਂਕਿ ਉਹ ਤੁਹਾਡੀ ਬੋਡੀ ਵਿੱਚ ਸਟਕ ਹੋ ਜਾਣਗੇ, ਤੁਹਾਡੀ ਬੋਡੀ ਵਿੱਚ ਫਸ ਜਾਣਗੇ. ਆਈ ਹੋਪ ਯੂ ਹੈਵ ਲਰਨਡ ਯੂਰ ਲੈਸਨ. ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਸਬਕ ਸਿੱਖ ਲਿਆ. ਦ ਕ੍ਰੋ ਰਿਅਲਾਈਜ਼ਡ ਹਿਜ਼ ਮਿਸਟੇਕ. ਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ. Though he thought that he was looking very handsome, he found it difficult to fly properly. ਤੇ ਭਾਵੇਂ ਉਸਨੂੰ ਇਹ ਲੱਗਾ ਕਿ ਉਹ ਬਹੁਤ ਹੀ ਸੁੰਦਰ, ਬਹੁਤ ਹੀ ਹੈਂਡਸਮ ਦਿਖ ਰਿਹਾ, ਪਰ ਉਹ ਚੰਗੀ ਤਰ੍ਹਾਂ ਨਹੀਂ ਸੀ ਉੱਡ ਪਾ ਰਿਹਾ. ਉਸਨੂੰ ਉੱਡਣ ਵਿੱਚ, ਫਲਾਈ ਕਰਨ ਵਿੱਚ ਡਿਫਿਕਲਟੀ ਮਹਿਸੂਸ ਹੋ ਰਹੀ ਸੀ. He tore off the entire peacock feathers that was stuck to his feathers. ਉਸਨੇ ਆਪਣੇ ਖੰਭਾਂ ਦੇ ਨਾਲ ਲੱਗੇ ਹੋਏ ਸਾਰੇ ਮੋਰ ਦੇ ਖੰਭ ਪਾੜ ਦਿੱਤੇ. Tore off ਦਾ ਅਰਥ ਹੁੰਦਾ ਪਾੜ ਦੇਣਾ. He accepted his plain self. ਫਿਰ ਉਸਨੇ ਆਪਣਾ ਪਲੇਨ ਸੈਲਫ, ਆਪਣਾ ਸਧਾਰਨ ਰੂਪ ਸਵੀਕਾਰ ਕੀਤਾ. Then he went to his friends and apologized for insulting them. ਫਿਰ ਉਹ ਆਪਣੇ ਦੋਸਤਾਂ ਕੋਲ ਗਿਆ ਅਤੇ ਉਹਨਾਂ ਦਾ ਅਪਮਾਨ ਕਰਨ ਲਈ ਉਸਨੇ ਮਾਫੀ ਮੰਗੀ. They accepted him and became friends again. ਉਹਨਾਂ ਨੇ ਉਸਨੂੰ ਸਵੀਕਾਰ ਕਰ ਲਿਆ ਅਤੇ ਦੁਬਾਰਾ ਉਹ ਦੋਸਤ ਬਣ ਗਏ. The crow was finally happy. ਕਾਂ ਆਖਰਕਾਰ ਖੁਸ਼ ਹੋ ਗਿਆ. ਤੇ ਵਿਦਿਆਰਥੀਓ, ਇਹ ਸੀਗੀ ਕਹਾਣੀ ਦਾ ਪੀਕੌਕ ਐਂਡ ਦਾ ਕ੍ਰੋ. ਤੇ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵੀ ਸ਼ੁੱਡ ਅਸੈਪਟ ਆਵਰਸੈਲਵਸ ਦਾ ਵੇ ਵੀ ਆਰ. ਕਿ ਅਸੀਂ ਜਿਸ ਤਰ੍ਹਾਂ ਦੇ ਹਾਂ ਸਾਨੂੰ ਆਪਣੇ ਆਪ ਨੂੰ ਉਸ ਤਰ੍ਹਾਂ ਅਸੈਪਟ ਕਰਨਾ ਚਾਹੀਦਾ, ਸਵੀਕਾਰ ਕਰਨਾ ਚਾਹੀਦਾ. ਡੋਂਟ ਟਰਾਈ ਟੂ ਕਾਪੀ ਅਦਰਸ ਬਲਾਈਂਡਲੀ. ਸਾਨੂੰ ਅੱਖਾਂ ਬੰਦ ਕਰਕੇ ਕਿਸੇ ਦੀ ਰੀਸ ਨਹੀਂ ਕਰਨੀ ਚਾਹੀਦੀ. ਤੇ ਦੋਸਤੋ, ਹੁਣ ਸਾਡੀ ਚੈਪਟਰ ਰੀਡਿੰਗ ਪੂਰੀ ਹੋ ਚੁੱਕੀ ਹੈ ਤੇ ਹੁਣ ਅਸੀਂ ਪਾਰਟ ਨੂੰ ਸਮਝ ਲਿਆ ਤੇ ਹੁਣ ਅਸੀਂ ਕਰਾਂਗੇ ਇਸ ਦੇ ਕੁਐਸਚਨ ਆਨਸਰ ਅਤੇ ਐਕਟੀਵਿਟੀਜ਼. ਤੇ ਹੁਣ ਐਕਟੀਵਿਟੀ 2, ਲੁੱਕ ਐਟ ਦ ਫੋਲੋਇੰਗ ਪੇਅਰਸ ਆਫ ਵਰਡਸ, ਦੇ ਹੈਵ ਦ ਸੇਮ ਮੀਨਿੰਗ ਬਟ ਡਿਫਰੈਂਟ ਫਾਰਮਸ. ਕਾਲਮ 1 ਹੈਜ਼ ਦ ਸੈਕੰਡ ਫਾਰਮ ਐਂਡ ਕਾਲਮ 2 ਹੈਜ਼ ਦ ਫਸਟ ਫਾਰਮ. ਤੇ ਹੁਣ ਅਸੀਂ ਇਹ ਦੇਖਾਂਗੇ ਕਿ ਕਾਲਮ 1 ਵਿੱਚ ਸੈਕੰਡ ਫਾਰਮ ਆਫ ਦਾ ਵਰਡ ਹੈ ਤੇ ਕਾਲਮ 2 ਵਿੱਚ ਫਸਟ ਫਾਰਮ ਆਫ ਦਾ ਵਰਡ ਹੈ. ਤੇ ਇਸ ਵਿੱਚ ਸਾਨੂੰ ਕੁਝ ਸੋਲਵ ਕਰਕੇ ਦਿੱਤੇ ਗਏ ਹਨ ਅਤੇ ਕੁਝ ਅਸੀਂ ਆਪ ਸੋਲਵ ਕਰਨੇ ਹਨ. ਲਿਵਡ, ਲਿਵ, ਲਾਈਕਡ, ਲਾਈਕ, ਵਾਂਟਡ, ਵਾਂਟ, ਲੁਕਡ, ਲੁਕ, ਸੈਡ, ਸੇ, ਵਿਸ਼ਡ, ਵਿਸ਼, ਸੌ, ਸੀ, ਗੋਟ, ਗੈਟ, ਕਲੈਕਟਡ, ਕਲੈਕਟ, ਸਟਕ, ਸਟਿਕ, flew, fly, felt, feel, started, start, accepted, accept, thought, think. ਇਸ ਤੋਂ ਬਾਅਦ ਐਕਟੀਵਿਟੀ 3, ਰੀਡ ਐਂਡ ਰਾਈਟ ਆਨਸਰਸ. ਕੁਐਸਚਨ ਆਨਸਰਸ ਅਸੀਂ ਕਰਾਂਗੇ. ਵਟ ਡਿਡ ਦ ਕ੍ਰੋ ਨਾਟ ਲਾਈਕ ਅਬਾਊਟ ਹਿਮਸੈਲਫ. ਕਾਂ ਨੂੰ ਆਪਣੇ ਬਾਰੇ ਕੀ ਪਸੰਦ ਨਹੀਂ ਸੀ? ਦ ਕ੍ਰੋ ਡਿਡ ਨਾਟ ਲਾਈਕ ਹਿਸ ਬਲੈਕ ਫੈਦਰਸ. ਕਾਂ ਨੂੰ ਆਪਣੇ ਕਾਲੇ ਖੰਭ ਪਸੰਦ ਨਹੀਂ ਸਨ. ਨੈਕਸਟ ਕੁਐਸਚਨ, ਹੂ ਡਿਡ ਹੀ ਵਾਂਟ ਟੂ ਬੀ ਲਾਈਕ, ਵਾਈ. ਉਹ ਕਿਸ ਵਰਗਾ ਬਣਨਾ ਚਾਹੁੰਦਾ ਸੀ, ਕਿਉਂ? ਹੀ ਵਾਂਟਡ ਟੂ ਬੀ ਲਾਈਕ ਅ ਪੀਕੌਕ because the colorful feathers of the peacock looked very beautiful. ਉਹ ਮੋਰ ਵਾਂਗ ਬਣਨਾ ਚਾਹੁੰਦਾ ਸੀ ਕਿਉਂਕਿ ਮੋਰ ਦੇ ਰੰਗ ਬਿਰੰਗੇ ਖੰਭ ਉਸਨੂੰ ਬਹੁਤ ਸੋਹਣੇ ਲੱਗਦੇ ਸਨ. What did he say to the other crows? ਉਸਨੇ ਦੂਜੇ ਕਾਵਾਂ ਨੂੰ ਕੀ ਕਿਹਾ? You look dull and plain.
Look how beautiful the peacocks are. I wish I were a peacock, he said to other crows. ਤੁਸੀਂ ਬਹੁਤ ਬੇਜਾਨ ਅਤੇ ਸਾਦੇ ਦਿਸਦੇ ਹੋ। ਦੇਖੋ ਮੋਰ ਕਿੰਨੇ ਸੁੰਦਰ ਹਨ। ਕਾਸ਼ ਮੈਂ ਇੱਕ ਮੋਰ ਹੁੰਦਾ, ਉਸਨੇ ਦੂਜੇ ਕਾਵਾਂ ਨੂੰ ਕਿਹਾ। What did the crow see on the ground? ਕਾਂ ਨੇ ਜ਼ਮੀਨ ਤੇ ਕੀ ਦੇਖਿਆ? The crow saw many peacock feathers on the ground. ਕਾਂ ਨੇ ਜ਼ਮੀਨ ਉੱਤੇ ਬਹੁਤ ਸਾਰੇ ਮੋਰ ਦੇ ਖੰਭ ਦੇਖੇ। What did he do with the peacock feathers? ਤੇ ਉਸਨੇ ਮੋਰ ਦੇ ਖੰਭਾਂ ਦੇ ਨਾਲ ਕੀ ਕੀਤਾ? He collected all the feathers and stuck them into his wings and the tail. ਉਸਨੇ ਸਾਰੇ ਖੰਭ ਇਕੱਠੇ ਕੀਤੇ ਅਤੇ ਆਪਣੇ ਖੰਭਾਂ ਤੇ ਪੂੰਛ ਵਿੱਚ ਫਸਾ ਲਏ। ਤੇ ਦੋਸਤੋ ਇਹ ਤਾਂ ਸੀਗੀ ਐਕਟੀਵਿਟੀ 3। ਹੁਣ ਅਸੀਂ ਕਰਾਂਗੇ ਐਕਟੀਵਿਟੀ 4 Who said to whom? ਕਿ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ। You look so dull and plain. Look how beautiful the peacocks are. ਤੇ ਇਹ ਕਹੇ ਸੀਗੇ crow to other crows. Look at my beautiful feathers. I don't belong to you anymore, so stay away from me. ਤੇ ਇਹ ਕਿਹਾ ਸੀਗਾ crow to other crows. Peacock feathers will not make you a peacock. ਤੇ ਇਹ ਕਿਸਨੇ ਕਿਹਾ ਸੀ? Peacocks to crow. We should accept ourselves the way we are. ਤੇ ਇਹ ਕਿਸਨੇ ਕਿਹਾ ਸੀ? Old wise crow to the crow. You will not be able to fly properly with these stuck on your body. ਤੇ ਇਹ ਕਿਸਨੇ ਕਿਹਾ ਸੀ? Old wise crow to the crow. ਹੁਣ ਅਸੀਂ ਕਰਾਂਗੇ ਐਕਟੀਵਿਟੀ 5 ਕੰਪਲੀਟ ਦ ਸੈਂਟੈਂਸਸ ਇਨ ਦ ਫੋਲੋਇੰਗ ਬਲੈਂਕਸ। ਤੇ ਅਸੀਂ ਵਾਕਾਂ ਨੂੰ ਪੂਰਾ ਕਰਨਾ ਹੈ। One day perching on his tree, the crow saw many peacock feathers on the ground. Next, the crow flew to the river to see his reflection. Third, the peacocks knew that he was not one among them. Agla, he tore off the entire peacock feathers that were stuck to his feathers. Fifth, then he went to his friends and apologized for insulting them. ਤੇ ਫਰੈਂਡਸ ਇਹ ਸੀਗਾ ਸਾਡਾ ਲਿਟਰੇਚਰ ਪਾਰਟ। ਹੁਣ ਅਸੀਂ ਕਰਾਂਗੇ ਲਰਨਿੰਗ ਲੈਂਗੁਏਜ। ਅਸੀਂ ਗ੍ਰਾਮਰ ਸਿੱਖਾਂਗੇ ਤੇ ਗ੍ਰਾਮਰ ਵਿੱਚ ਅਸੀਂ ਸਿੱਖਾਂਗੇ ਪ੍ਰੈਪੋਜੀਸ਼ਨਸ। ਤੇ ਪ੍ਰੈਪੋਜੀਸ਼ਨਸ ਕੀ ਹੁੰਦੇ ਹਨ? ਤੇ ਜਿਹੜਾ ਪ੍ਰੈਪੋਜੀਸ਼ਨ ਸ਼ਬਦ ਹੈ ਉਹ ਦੋ ਸ਼ਬਦਾਂ ਪ੍ਰੀ ਅਤੇ ਪੋਜੀਸ਼ਨ ਨੂੰ ਜੋੜ ਕੇ ਬਣਿਆ। ਤੇ ਉਹ ਸ਼ਬਦ ਜੋ ਨਾਊਨ ਜਾਂ ਪ੍ਰੋਨਾਊਨ ਨਾਲ ਜੁੜ ਕੇ ਉਹਨਾਂ ਬਾਰੇ ਸਾਨੂੰ ਹੋਰ ਦੱਸਣ, ਨਾਊਨ ਜਾਂ ਪ੍ਰੋਨਾਊਨ ਨੂੰ ਹੋਰ ਜ਼ਿਆਦਾ ਸਾਰਥਕਤਾ ਪ੍ਰਦਾਨ ਕਰਨ, ਉਹਨਾਂ ਦੇ ਮੀਨਿੰਗ ਸਾਨੂੰ ਐਕਸਪਲੇਨ ਕਰਨ ਹੋਰ ਚੰਗੀ ਤਰ੍ਹਾਂ, ਤੇ ਉਹਨਾਂ ਸ਼ਬਦਾਂ ਨੂੰ ਪ੍ਰੈਪੋਜੀਸ਼ਨਸ ਕਿਹਾ ਜਾਂਦਾ। ਤੇ ਨਾਊਨ ਜਾਂ ਪ੍ਰੋਨਾਊਨ ਦੇ ਬਾਰੇ ਸਾਨੂੰ ਕੀ ਕੀ ਦੱਸਦੇ ਹਨ? ਇਹ ਨਾਊਨ ਜਾਂ ਪ੍ਰੋਨਾਊਨ ਦੀ ਪਲੇਸ, ਡਾਇਰੈਕਸ਼ਨ, ਪੋਜੀਸ਼ਨ ਜਾਂ ਟਾਈਮ ਸਾਨੂੰ ਦੱਸਦੇ ਹਨ। ਤੇ ਜਿਵੇਂ ਕਿ ਐਗਜ਼ਾਮਪਲਸ ਨੇ ਪ੍ਰੈਪੋਜੀਸ਼ਨਸ ਦੀ ਔਨ, ਇਨ, ਇਨਟੂ, ਅਪੌਨ, ਬਿਟਵੀਨ, ਅਮੰਗ, ਅੰਡਰ, ਇਨ ਫਰੰਟ ਆਫ, ਬਿਸਾਈਡ, ਬਿਹਾਈਂਡ। ਤੇ ਹੁਣ ਅਸੀਂ ਨਾ ਥੱਲੇ ਜਿਹੜੇ ਫੋਟੋਆਂ ਦੇਖ ਕੇ ਐਗਜ਼ਾਮਪਲਸ ਦੇਖਦੇ ਹਾਂ। ਜਿਵੇਂ ਕਿ ਫਸਟ ਪਿਕਚਰ ਹੈ ਦ ਕੈਟ ਇਜ਼ ਔਨ ਦ ਟੇਬਲ। ਸੈਕਿੰਡ ਦ ਕੈਟ ਇਜ਼ ਬਿਸਾਈਡ ਦ ਚੇਅਰ। ਅਗਲੀ ਹੈ ਦ ਕੈਟ ਇਜ਼ ਅੰਡਰ ਦ ਟੇਬਲ। ਤੇ ਇਸ ਤੋਂ ਬਾਅਦ ਹੈ ਦ ਕੈਟ ਇਜ਼ ਬਿਟਵੀਨ ਦ ਚੇਅਰ ਐਂਡ ਦ ਟੇਬਲ। ਤੇ ਇੱਥੇ ਜਿਹੜੇ ਵਰਡਸ ਯੂਜ਼ ਹੋਏ ਨੇ ਜਿਵੇਂ ਕਿ ਔਨ, ਬਿਸਾਈਡ, ਅੰਡਰ ਜਾਂ ਬਿਟਵੀਨ। ਤੇ ਇਹਨਾਂ ਸ਼ਬਦਾਂ ਤੋਂ ਸਾਨੂੰ ਕੈਟ ਦੀ ਜਿਹੜੀ ਪੋਜੀਸ਼ਨ ਹੈ, ਉਸਦੀ ਜਿਹੜੀ ਪਲੇਸ ਹੈ ਤੇ ਉਸਦੀ ਹੋਰ ਜ਼ਿਆਦਾ ਕਲੈਰਿਟੀ ਮਿਲ ਰਹੀ ਆ। ਤੇ ਇਸ ਕਰਕੇ ਔਨ, ਬਿਸਾਈਡ, ਅੰਡਰ ਜਾਂ ਬਿਟਵੀਨ ਇਹ ਪ੍ਰੈਪੋਜੀਸ਼ਨਸ ਹਨ। ਤੇ ਹੁਣ ਅਸੀਂ ਸਿੱਖਾਂਗੇ ਪੰਚੁਏਸ਼ਨ, ਵਿਸਰਾਮ ਚਿੰਨ੍ਹ। In this lesson, we will continue with punctuation and concentrate on full stop, comma, question mark and exclamation mark. ਤੇ ਇਸ ਪਾਰਟ ਵਿੱਚ ਅਸੀਂ ਇਹ ਸਿੱਖਾਂਗੇ ਕਿ ਫੁੱਲ ਸਟਾਪ ਕਦੋਂ ਲੱਗਣਾ ਹੈ, ਕੋਮਾ ਕਦੋਂ ਲੱਗਣਾ ਹੈ, ਕੁਐਸਚਨ ਮਾਰਕ ਪ੍ਰਸ਼ਨ ਚਿੰਨ੍ਹ ਕਦੋਂ ਲੱਗਣਾ ਤੇ ਐਕਸਕਲੇਮੇਸ਼ਨ ਮਾਰਕ ਵਿਸਮਿਕ ਕਦੋਂ ਲੱਗਣਾ ਹੈ। ਤੇ ਫੁੱਲ ਸਟਾਪ ਕਦੋਂ ਲੱਗਣਾ ਤਾਂ ਫੁੱਲ ਸਟਾਪ ਇਜ਼ ਯੂਜ਼ਡ ਇਨ ਦ ਫੋਲੋਇੰਗ ਕੇਸਿਸ। ਤੇ ਇਹਨਾਂ ਕੇਸਾਂ ਵਿੱਚ ਫੁੱਲ ਸਟਾਪ ਲੱਗਣਾ ਟੂ ਮਾਰਕ ਦ ਐਂਡ ਆਫ ਐਨ assertive or imperative sentence such as the child is sleeping। ਤੇ the child is sleeping ਹੈ ਇੱਕ ਹਾਂ ਵਾਚਕ ਵਾਕ ਹੈ ਤੇ ਹਾਂ ਵਾਚਕ ਵਾਕ ਦੇ ਐਂਡ ਵਿੱਚ ਫੁੱਲ ਸਟਾਪ ਲੱਗਦਾ। ਜਾਂ ਸੈਕੰਡ ਐਗਜ਼ਾਮਪਲ ਹੈ ਡੋਂਟ ਮੇਕ ਅ ਨੋਇਸ ਹੇਅਰ। ਤੇ ਇਹ ਇੰਪੇਰੇਟਿਵ ਸੈਂਟੈਂਸ ਹੈ ਜਿਸ ਦਾ ਅਰਥ ਹੈ ਕਿ ਇਹ ਆਰਡਰ ਹੈ ਜਾਂ ਰਿਕੁਐਸਟ ਹੈ। ਤੇ ਇੰਪੇਰੇਟਿਵ ਸੈਂਟੈਂਸ ਦੇ ਐਂਡ ਵਿੱਚ ਵੀ ਫੁੱਲ ਸਟਾਪ ਲੱਗਦਾ। ਤੇ ਟੂ ਮਾਰਕ ਦ ਐਬਰੀਵੇਸ਼ਨਸ ਹੁੰਦੇ ਸ਼ਾਰਟ ਫਾਰਮਸ ਜਿਵੇਂ ਕਿ MA, PM। ਤੇ MA ਜਿਵੇਂ ਕਿ ਮਾਸਟਰ ਆਫ ਆਰਟਸ ਤੇ M ਦਾ M ਕੈਪੀਟਲ ਹੋ ਗਿਆ .A। ਤੇ PM ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ। ਤੇ ਇਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ P.M।
या टू मार्क द इनिशियल्स सच एज मिस्टर J.D. लुनियाल, मिसिस R. शर्मा। तो सपोज जे ना है मिसिस रेनू शर्मा, तो रेनू का सिर्फ R लिख लिया, तो R. शर्मा भी असी लिख सकते हैं। इस तो बाद द कॉमा इज यूज इन फॉलोइंग केसेस। तो कॉमा कदों कदों यूज होंगे टू सैपरेट वर्ड्स फ्रॉम ईच अदर, दो शब्दों को सैपरेट करने लई। तो जिवें एग्जाम्पल है शी इज़ टॉल लवली एंड जेंटल गर्ल, वो एक लंबी सुंदर अते कोमल कुड़ी है। तो इत्थे असी टॉल अते लवली दे विचकार है वो कॉमा लगाया। नैक्सट है मीता हैज़ पेन्स पेंसिल्स पेपर्स एंड बुक्स। मीता को पेन भी हैं पेंसिल्स भी हैं, उसको पेपर्स भी हैं, किताबां बुक्स भी हैं। तो इत्थे असी पेन पेंसिल पेंसिल्स पेंसिल्स पेपर्स के विचकार कॉमा लगाया। तो इत्थे यह गल भी ध्यान देने योग है कॉमा इज जनरली नॉट यूज बिफोर एंड। तो एंड तो पहला जनरली कॉमा नहीं लगता। तो उस तो बाद क्वेश्चन मार्क की वरतों असीं कदों करते हैं, इज यूज एट द एंड ऑफ अ क्वेश्चन। जो कोई प्रश्न पूछा जाए तो प्रश्न के अखीर में क्वेश्चन मार्क लगता, जिमें वट इज़ योर नेम, तुहाडा नाम की है, डू यू हैव एन अंब्रेला, कि तुहाडे कोल छतरी हैगी है। तो एक्सक्लेमेशन मार्क विस्मिक चिन्ह इज यूज टू शो शॉक सदमा सरप्राइज हैरानी हैप्पीनेस खुशी सैडनेस गमी। वट अ लवली प्लेस, कितनी सुंदर था है। शी इज़ ब्यूटीफुल, वो कितनी सोहनी है। वाओ आउच हुर्रे। तो जो खुशी गमी हैरानी तो इन्हां एक्सप्रैशनस विच वाक विच इन्हां एक्सप्रैशनस विच एक्सक्लेमेशन मार्क है उसकी वरतों होंदी है। तो इस तो बाद एक्टिविटी 6 पुट कॉमास फुल स्टॉप कैपिटल्स एंड क्वेश्चन मार्क्स इन द सेंटेंसेस गिवन बिलो वेयर एवर रिक्वायर्ड। तो हुण जिहड़ी पंचुएशन असीं सीखी है तो उसकी वरतों करनी है, जिवें कि माई नेम इज़ अली एंड आई कम फ्रॉम मलेरकोटला। तो एम कैपिटल हो जाएगा, माई नेम इज़ अली, अली का ए कैपिटल हो जाएगा, एंड आई कैपिटल हो जाएगा, कम फ्रॉम मलेरकोटला, मलेरकोटला का एम कैपिटल। तो इस तो बाद फुल स्टॉप। माई फेवरेट कलर इज़ ब्लू, वट इज़ योर्स, एम कैपिटल हो जाएगा, तो ब्लू के बाद हो जाएगा फुल स्टॉप, तो वॉट द डब्ल्यू कैपिटल, तो योर्स तो बाद आ जाएगा क्वेश्चन मार्क। आई हैव अ डॉग, आई कैपिटल, तो डॉग तो बाद आ जाएगा फुल स्टॉप, इट्स आई कैपिटल, नेम इज सीजर, तो सी कैपिटल। माई सिस्टर्स नेम इज मंजू, शी इज 64, तो एम कैपिटल आ जाएगा, तो सिस्टर तो बाद आ जाएगा अपोस्ट्रॉफी, उस तो बाद एस, मंजू द एम कैपिटल, फिर फुल स्टॉप, फिर शी द एस कैपिटल, शी 64 तो बाद आ जाएगा फुल स्टॉप। माई फोन नंबर इज़ 260086, तो एस विच एम कैपिटल आ जाएगा, तो सब तो एंड विच आ जाएगा फुल स्टॉप। हर अंकल एच कैपिटल कॉमा हेमंत, हेमंत दा भी एच कैपिटल कॉमा इज़ फ्रॉम गुरदासपुर, गुरदासपुर दा जी कैपिटल, इन पंजाब, पंजाब दा पी कैपिटल, फिर फुल स्टॉप। इस तो बाद है आई एम नॉट फ्रॉम चंडीगढ़, आई कैपिटल, चंडीगढ़ दा सी कैपिटल, तो कॉमा इत्थे लग्या ही होया, तो आई कैपिटल, आई एम फ्रॉम लुधियाना, एल कैपिटल, इन पंजाब, पी कैपिटल। इस तो बाद कुमार के कैपिटल इज़ फ्रॉम ऑस्ट्रेलिया, ए कैपिटल, फुल स्टॉप, ही एच कैपिटल लिव्स इन मेलबर्न, एम कैपिटल, तो एंड विच फुल स्टॉप। डू यू लाइक टी और कॉफ़ी, तो डी कैपिटल, तो एंड विच क्वेश्चन मार्क। प्लीज गेट बिस्किट्स, पहला तो पी कैपिटल, बिस्किट्स से बाद कॉमा, वेजिटेबल्स कॉमा, फ्रूट्स एंड सम नट्स फ्रॉम द मार्केट, फिर फुल स्टॉप। तो इस तो बाद असी कहानी पढ़ांगे सैल्फ रियलाइजेशन, अपने आप को पछाणना। तो यह कहानी पढ़ के असी इसके क्वेश्चन आंसरस करांगे। अ लायनेस डाइड सून आफ्टर गिविंग बर्थ टू अ कब। लायनेस हुंदा शेरनी, एक शेरनी अपने बच्चे नूं एक कब नूं जन्म दे के बहुत ही छेती मर गई। अ मदर शीप सॉ द कब एंड फेल्ट पिटी फॉर इट। तो एक पेड़ ने, एक मदर शीप ने उस कब नूं देखिया, उस शेर के बच्चे नूं देखिया ते उसनूं उस ते तरस आया। शी रेज द कब अमंग हर लैम्स, तो उसने उस कब की परवरिश की अपने मेमणियां दे नाल, कि अपने बच्चों के नाल ही उसने उस शेर के बच्चे की भी परवरिश की। हाउएवर द नॉटी लैम्स मेड फन ऑफ हिम फॉर हिज डिफरेंट लुक्स, पर क्योंकि शेर का बच्चा थोड़ा वख दिखता सी, उसकी लुक थोड़ी डिफरेंट सी, इस करके बाकी मेमणे उसका मजाक उड़ाते सन। द कब फेल्ट सैड अबाउट दिस, तो शेर का बच्चा इस गल ते उदास फील करता सी। वन डे अ लायन अटैक्ड द हर्ड, तो एक दिन एक शेर ने, हर्ड हुंदा ग्रुप ऑफ शीप, तो उसने अटैक किया।
He was surprised to see the cub running away with the herd. ਤੇ ਉਹ ਇਹ ਦੇਖ ਕੇ ਹੈਰਾਨ ਸੀ ਕਿ ਸ਼ੇਰ ਦਾ ਬੱਚਾ ਵੀ ਹੈ ਉਹ ਪੇੜਾਂ ਦੇ ਖੱਟ ਵਿੱਚ ਭੱਜ ਰਿਹਾ. He caught the cub and roared angrily. Why are you running with the sheep? ਉਸਨੇ ਸ਼ੇਰ ਦੇ ਬੱਚੇ ਨੂੰ ਫੜਿਆ ਅਤੇ ਗੁਰਰਾ ਕੇ ਗੁੱਸੇ ਨਾਲ ਕਿਹਾ ਕਿ ਤੂੰ ਪੇੜਾਂ ਦੇ ਵਿਚਕਾਰ ਕਿਉਂ ਭੱਜ ਰਿਹਾ. He asked the cub. The cub was scared. ਤੇ ਸ਼ੇਰ ਦਾ ਬੱਚਾ ਬਹੁਤ ਘਬਰਾ ਗਿਆ. He said, please don't kill me. I am a very young lamb. ਕਿ ਮੈਨੂੰ ਨਾ ਮਾਰੋ, ਮੈਂ ਤੇ ਛੋਟਾ ਜਿਹਾ ਮੇਮਣਾ ਹਾਂ. The lion dragged the cub to a river. ਤੇ ਲਾਇਨ ਉਹ ਸ਼ੇਰ ਘਸੀੜ ਕੇ ਉਸ ਸ਼ੇਰ ਦੇ ਬੱਚੇ ਨੂੰ ਨਦੀ ਦੇ ਕੋਲ ਲੈ ਗਿਆ. Look at your reflection. ਤੇ ਉਸਨੇ ਉਸਨੂੰ ਕਿਹਾ ਕਿ ਆਪਣੇ ਰਿਫਲੈਕਸ਼ਨ ਵੱਲ ਦੇਖ, ਆਪਣੇ ਪ੍ਰਤੀਬਿੰਬ ਨੂੰ ਦੇਖ, ਆਪਣੇ ਅਕਸ ਵੱਲ ਦੇਖ ਪਾਣੀ ਵਿੱਚ. He roared. The cub was surprised. ਤੇ ਉਹ ਸ਼ੇਰ ਦਾ ਬੱਚਾ ਬਹੁਤ ਹੈਰਾਨ ਹੋ ਗਿਆ. He realized that he was not a sheep but a mighty lion. ਤੇ ਉਸਨੂੰ ਇਹ ਪਤਾ ਲੱਗਿਆ ਕਿ ਉਹ ਇੱਕ ਪੇੜ ਨਹੀਂ ਬਲਕਿ ਉਹ ਇੱਕ ਸ਼ਕਤੀਸ਼ਾਲੀ ਸ਼ੇਰ ਹੈ. He became so happy that he started roaring like a lion. ਤੇ ਉਹ ਇੰਨਾ ਖੁਸ਼ ਹੋ ਗਿਆ ਕਿ ਉਹ ਸ਼ੇਰ ਦੇ ਵਾਂਗ ਗਰਜਣ ਲੱਗਾ. One should keep trying to realize one's worth and hidden skills. ਸਾਨੂੰ ਆਪਣੇ ਅੰਦਰ ਲੁਕੀਆਂ ਹੋਈਆਂ ਯੋਗਤਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ. Success lies in knowing yourself like the young cub. ਤੇ ਸਾਨੂੰ ਵੀ ਕਾਮਯਾਬੀ ਉਦੋਂ ਹੀ ਮਿਲ ਸਕਦੀ ਹੈ ਜਦੋਂ ਅਸੀਂ ਉਸ ਯੰਗ ਕਬ ਦੀ ਤਰ੍ਹਾਂ ਆਪਣੇ ਆਪ ਨੂੰ ਪਛਾਣੀਏ. ਤੇ ਐਸੀ ਕਿ ਬਹੁਤ ਹੀ ਮੋਟੀਵੇਸ਼ਨਲ ਸਟੋਰੀ, ਸੈਲਫ ਰੀਅਲਾਈਜੇਸ਼ਨ. ਹੁਣ ਅਸੀਂ ਕਰਾਂਗੇ ਕੁਐਸਚਨ ਆਨਸਰਸ. ਹੂ ਰੇਜ਼ਡ ਦਾ ਕਬ, ਕਿ ਉਸ ਸ਼ੇਰ ਦੇ ਬੱਚੇ ਦਾ ਪਾਲਣ ਪੋਸ਼ਣ ਕਿਸ ਨੇ ਕੀਤਾ. ਅ ਮਦਰ ਸ਼ੀਪ ਰੇਜ਼ਡ ਦਾ ਕਬ. ਤੇ ਮਦਰ ਸ਼ੀਪ ਨੇ ਉਸ ਦਾ ਪਾਲਣ ਪੋਸ਼ਣ ਕੀਤਾ. ਵਾਈ ਵਾਜ਼ ਕਬ ਨਾਟ ਹੈਪੀ. ਤੇ ਉਹ ਕਬ ਖੁਸ਼ ਕਿਉਂ ਨਹੀਂ ਸੀ. ਦਾ ਕਬ ਵਾਜ਼ ਨਾਟ ਹੈਪੀ ਬਿਕੋਜ਼ ਅ ਨੋਟੀ ਲੈਂਬਸ ਮੇਡ ਫਨ ਆਫ ਹਿਸ ਡਿਫਰੈਂਟ ਲੁੱਕਸ. ਤੇ ਇਸ ਕਰਕੇ ਖੁਸ਼ ਨਹੀਂ ਸੀ ਕਿਉਂਕਿ ਸ਼ਰਾਰਤੀ ਮੇਮਣੇ ਉਸ ਦੀ ਵੱਖਰੀ ਲੁੱਕਸ ਦਾ ਮਜ਼ਾਕ ਮਖੌਲ ਉਡਾਉਂਦੇ ਸੀ. ਵਟ ਡਿਡ ਦਾ ਕਬ ਡੂ ਔਨ ਸੀਇੰਗ ਦਾ ਲਾਇਨ. ਕਿ ਸ਼ੇਰ ਨੂੰ ਦੇਖ ਕੇ ਉਸ ਕਬ ਨੇ ਕੀ ਕੀਤਾ. ਦਾ ਕਬ ਰੈਨ ਅਵੇ ਵਿਦ ਦਾ ਹਰਡ ਔਨ ਸੀਇੰਗ ਦਾ ਲਾਇਨ. ਤੇ ਉਹ ਬਾਕੀ ਪੇੜਾਂ ਦੇ ਨਾਲ ਹੀ ਸ਼ੇਰ ਨੂੰ ਦੇਖ ਕੇ ਭੱਜਿਆ. ਵਟ ਡਿਡ ਦਾ ਲਾਇਨ ਡੂ. ਸ਼ੇਰ ਨੇ ਕੀ ਕੀਤਾ. ਦਾ ਲਾਇਨ ਡਰੈਗਡ ਦਾ ਕਬ ਟੂ ਦਾ ਰਿਵਰ. ਤੇ ਉਹ ਨਦੀ ਦੇ ਵੱਲ ਉਸਨੂੰ ਲੈ ਗਿਆ. ਵਟ ਡਿਡ ਦਾ ਕਬ ਸੀ ਇਨ ਦਾ ਰਿਵਰ. ਤੇ ਕਬ ਨੇ ਨਦੀ ਵਿੱਚ ਕੀ ਦੇਖਿਆ. ਦਾ ਕਬ ਸੌ ਇਟਸ ਰਿਫਲੈਕਸ਼ਨ ਇਨ ਦਾ ਰਿਵਰ. ਤੇ ਉਸਨੇ ਆਪਣਾ ਰਿਫਲੈਕਸ਼ਨ ਹੈ, ਆਪਣਾ ਪ੍ਰਤੀਬਿੰਬ ਹੈ, ਉਹ ਦੇਖਿਆ. ਇਸ ਤੋਂ ਬਾਅਦ ਫਿਲ ਇਨ ਦਾ ਬਲੈਂਕਸ ਯੂਜ਼ਿੰਗ ਅ ਵਰਡ ਫਰੋਮ ਦਾ ਪੈਸੇਜ. ਦਾ ਕਬ ਰਿਅਲਾਈਜ਼ ਦੈਟ ਇਟ ਵਾਜ਼ ਨਾਟ ਅ ਸ਼ੀਪ ਬਟ ਅ ਮਾਈਟੀ ਲਾਇਨ. We should try to realize our worth and hidden skills. One should keep trying to realize one's worth and hidden skills. ਇਸ ਤੋਂ ਬਾਅਦ choose a correct option. The cub saw his reflection and realized that it was a lion. The lion caught the cub. What did he say to the cub? Is the answer है why are you running with the sheep? ਕਿ ਤੁਸੀਂ ਪੇੜ ਦੇ ਨਾਲ ਕਿਉਂ ਭੱਜ ਰਹੇ ਹੋ. ਤੇ ਇਸ ਤੋਂ ਬਾਅਦ ਐਕਟੀਵਿਟੀ 10, ਇਸ ਵਿੱਚ ਇੱਕ ਅਸੀਂ ਸਟੋਰੀ ਲਿਖਣੀ. ਲੁੱਕ ਐਟ ਦਾ ਪਿਕਚਰ ਗਿਵਨ ਬਿਲੋ ਐਂਡ ਡਿਸਕ੍ਰਾਈਬ ਇਟ ਇਨ ਯੋਰ ਓਨ ਵਰਡਸ. ਤੇ ਇੱਥੇ ਨਾ ਸਾਨੂੰ ਸਟੋਰੀ ਦੇ ਕੁਝ ਹਿੰਟਸ ਵੀ ਦਿੱਤੇ ਗਏ ਹਨ. ਤੇ ਅਸੀਂ ਸਟੋਰੀ ਲਿਖ ਸਕਦੇ ਹਾਂ. ਕ੍ਰੋ ਵਾਸ ਸਿਟਿੰਗ ਔਨ ਅ ਟਰੀ ਵਿਦ ਅ ਪੀਸ ਆਫ ਚੀਜ਼ ਇਨ ਇਟਸ ਬੀਕ. ਤੇ ਕਾਂ ਇੱਕ ਦਰਖਤ ਦੇ ਉੱਪਰ ਬੈਠਾ ਸੀ ਤੇ ਉਸਦੀ ਚੁੰਝ ਵਿੱਚ ਇੱਕ ਪਨੀਰ ਦਾ ਟੁਕੜਾ ਸੀ. ਅ ਫੌਕਸ ਸੌ ਡੈਟ ਐਂਡ ਹੀ ਵਾਂਟਡ ਦਾ ਚੀਜ਼. ਤੇ ਇੱਕ ਲੂੰਬੜੀ ਨੇ ਦੇਖਿਆ ਤੇ ਉਸਨੂੰ ਵੀ ਉਹ ਪਨੀਰ ਦਾ ਟੁਕੜਾ ਚਾਹੀਦਾ ਸੀ. ਹੀ ਥੌਟ ਆਫ ਅ ਪਲਾਨ. ਤੇ ਉਸਨੇ ਇੱਕ ਪਲਾਨ ਦੇ ਬਾਰੇ ਸੋਚਿਆ. ਹੀ ਸੈਡ ਟੂ ਦਾ ਕ੍ਰੋ. ਤੇ ਉਸਨੇ ਕਾਂ ਨੂੰ ਕਿਹਾ ਯੂਅਰ ਵੌਇਸ ਇਜ਼ ਸੋ ਸਵੀਟ ਕੈਨ ਯੂ ਸਿੰਗ ਫॉर ਮੀ. ਕਿ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ, ਕਿ ਤੁਸੀਂ ਮੇਰੇ ਲਈ ਗਾਣਾ ਗਾ ਸਕਦੇ ਹੋ. ਦਾ ਕ੍ਰੋ ਓਪਨਡ ਇਟਸ ਬੀਕ ਐਂਡ ਚੀਜ਼ ਫੈਲ ਫਰੋਮ ਇਟਸ ਬੀਕ. ਤੇ ਕਾਂ ਨੇ ਆਪਣੀ ਬੀਕ, ਆਪਣੀ ਚੁੰਝ ਖੋਲੀ ਤੇ ਪਨੀਰ ਦਾ ਟੁਕੜਾ ਥੱਲੇ ਡਿੱਗ ਪਿਆ. ਦ ਕਲੈਵਰ ਫੌਕਸ ਪਿਕਡ ਅਪ ਦਾ ਚੀਜ਼ ਐਂਡ ਰੈਨ ਅਵੇ ਵਿਦ ਇਟ. ਤੇ ਚਲਾਕ ਲੂੰਬੜੀ ਨੇ ਪਨੀਰ ਦਾ ਟੁਕੜਾ ਫੜ ਲਿਆ ਤੇ ਭੱਜ ਗਈ. ਮੋਰਲ ਆਫ ਦਾ ਸਟੋਰੀ ਇਜ਼ ਨੈਵਰ ਬਿਲੀਵ ਫਲੈਟਰਰਸ. ਤੇ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਖੁਸ਼ਾਮਦ ਕਰਨ ਵਾਲਿਆਂ ਤੇ ਕਦੇ ਵਿਸ਼ਵਾਸ ਨਾ ਕਰੋ.